ਅਰਸ਼ਪ੍ਰੀਤ ਸਰੋਆ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਅਰਸ਼ਪ੍ਰੀਤ ਕੌਰ ਸਵਾਗਤ ਕਰਦੀ ਹਾਂ ਜੀ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਅੱਜ 4 ਜਨਵਰੀ ਹੈ। 4 ਜਨਵਰੀ ਨੂੰ ਵਰਲਡ ਬ੍ਰੇਲ ਡੇ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਬ੍ਰੇਲ ਦਿਵਸ 4 ਜਨਵਰੀ ਨੂੰ ਜਿਹੜਾ ਉਹ ਮਨਾਇਆ ਜਾਂਦਾ ਹੈ। ਜੇ ਮੈਂ ਬ੍ਰੇਲ ਦੇ ਬਾਰੇ ਗੱਲ ਕਰਾਂ ਤਾਂ ਬ੍ਰੇਲ ਇੱਕ ਲਿਪੀ ਹੈ ਜੋ ਦੇਖਣ ਦੇ ਵਿੱਚ ਜਿਨ੍ਹਾਂ ਨੂੰ ਕੋਈ ਸਮੱਸਿਆ ਹੁੰਦੀ ਹੈ ਜਾਂ ਪੂਰਨ ਤੌਰ 'ਤੇ ਮਤਲਬ ਪੰਜਾਬੀ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਅੰਨੇ ਕਹਿ ਦਿੰਦੇ ਹਾਂ, ਇਹ ਉਹਨਾਂ ਦੇ ਲਈ ਇੱਕ ਲਿਪੀ ਹੁੰਦੀ ਹੈ। ਇਹ ਲਿਪੀ ਦੇ ਤੌਰ 'ਤੇ ਇਹ ਦਿਨ ਹੈ ਜਿਹੜਾ ਮਨਾਇਆ ਜਾਂਦਾ ਹੈ। ਇਹ ਲਿਪੀ ਲੂਇਸ ਬ੍ਰੇਲ ਵੱਲੋਂ ਜਿਹੜੀ ਇਹ ਬਣਾਈ ਗਈ ਸੀ ਤਾਂ 4 ਜਨਵਰੀ ਨੂੰ ਲੂਇਸ ਬ੍ਰੇਲ ਦਾ ਜਨਮ ਦਿਨ ਹੁੰਦਾ ਹੈ। ਇਸ ਕਰਕੇ ਇਹ ਲੂਇਸ ਬ੍ਰੇਲ ਦੀ ਜਨਮ ਜਯੰਤੀ ਦੇ ਰੂਪ ਦੇ ਵਿੱਚ ਇਹ ਜਿਹੜਾ ਦਿਨ ਹੈ ਇਹ ਮਨਾਇਆ ਜਾਂਦਾ ਹੈ। ਬ੍ਰੇਲ ਲਿਪੀ ਦੀ ਕਾਢ ਹੈ ਜਿਹੜੀ ਇਹ ਲੂਇਸ ਬ੍ਰੇਲ ਨੇ ਕੀਤੀ ਸੀ। ਉਹਨਾਂ ਦਾ ਜਨਮ 4 ਜਨਵਰੀ 1809 ਨੂੰ ਫਰਾਂਸ ਦੇ ਵਿੱਚ ਹੋਇਆ ਸੀ ਤੇ ਬ੍ਰੇਲ ਇੱਕ ਅਜਿਹੀ ਭਾਸ਼ਾ ਆ ਜਿਹਦਾ ਉਪਯੋਗ ਜਿਨ੍ਹਾਂ ਨੂੰ ਦੇਖਣ ਦੇ ਨਾਲ ਕੋਈ ਸਮੱਸਿਆ ਹੁੰਦੀ ਹੈ ਉਹ ਲੋਕ ਪੜ੍ਹਦੇ ਤੇ ਲਿਖਦੇ ਨੇ। ਉਹਨਾਂ ਦੀ ਵਰਤੋਂ ਦੇ ਵਿੱਚ ਇਹ ਲਿਪੀ ਹੈ ਜਿਹੜੀ ਇਹ ਆਉਂਦੀ ਹੈ। ਲੂਇਸ ਬ੍ਰੇਲ ਆਪਣੇ ਇਸ ਕਾਢ ਦੇ ਕਰਕੇ ਦੁਨੀਆ ਭਰ ਦੇ ਵਿੱਚ ਜਿਹੜੇ ਦੇਖਣ ਤੋਂ ਵਾਂਝੇ ਲੋਕ ਨੇ ਜਾਂ ਦੇਖਣ ਦੇ ਨਾਲ ਕੋਈ ਸਮੱਸਿਆ ਹੈ ਜਿਨ੍ਹਾਂ ਨੂੰ, ਉਹਨਾਂ ਲੋਕਾਂ ਦੇ ਲਈ ਇੱਕ ਮਸੀਹਾ ਬਣ ਗਏ ਸੀ। ਤੇ ਜਿਉਂਦੇ ਜੀ ਤਾਂ ਕਹਿੰਦੇ ਆ ਕਿ ਬ੍ਰੇਲ ਦੇ ਇਸ ਕੰਮ ਨੂੰ ਉਚਿਤ ਹੈ ਜਿਹੜਾ ਸਨਮਾਨ ਹੈ ਉਹ ਨਹੀਂ ਮਿਲਿਆ ਸੀ, ਪਰ ਮਰਨ ਤੋਂ ਬਾਅਦ ਉਹਨਾਂ ਦੇ ਇਸ ਕੰਮ ਨੂੰ ਜਿਹੜੀ ਤਵੱਜੋ ਮਿਲ ਗਈ ਸੀ। ਇਸ ਕਰਕੇ ਉਹਨਾਂ ਦੇ ਇਸ ਸਨਮਾਨ ਦੇ ਲਈ 2019 ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ ਵਿਸ਼ਵ ਬ੍ਰੇਲ ਦਿਵਸ ਹੈ ਜਿਹੜਾ ਇਹ ਮਨਾਉਣ ਦਾ ਜਿਹੜਾ ਪ੍ਰਸਤਾਵ ਹੈ ਇਹ ਪਾਸ ਕੀਤਾ ਗਿਆ ਸੀ। ਵਿਸ਼ਵ ਬ੍ਰੇਲ ਦਿਵਸ ਪਹਿਲੀ ਵਾਰ 4 ਜਨਵਰੀ 2009 ਨੂੰ ਮਨਾਇਆ ਗਿਆ ਸੀ ਤੇ ਆਪਾਂ ਅੱਗੇ ਵੀ ਇਹਦੇ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਜਿਨ੍ਹਾਂ ਨੇ ਇਹ ਇੰਨੀ ਮਹਾਨ ਲਿਪੀ ਹੈ ਜਿਹੜੀ ਇਹ ਬਣਾਈ, ਆਪਾਂ ਉਹਨਾਂ ਦੇ ਜੀਵਨ ਦੇ ਬਾਰੇ ਜਿਹੜੇ ਉਹਨਾਂ ਦੇ ਜੀਵਨ ਦੇ ਕੁਝ ਅਣਛੂਏ ਜਿਹੜੇ ਪਹਿਲੂ ਹੈ ਉਹਨਾਂ ਦੇ ਬਾਰੇ ਗੱਲ ਕਰਨੀ ਹੈ ਜਿਹੜੀ ਉਹ ਜ਼ਰੂਰੀ ਹੈ, ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਜੇ ਆਪਾਂ ਲੂਇਸ ਬ੍ਰੇਲ ਦੇ ਬਾਰੇ ਗੱਲ ਕਰੀਏ ਤਾਂ ਜਨਮ ਦੇ ਸਮੇਂ ਲੂਇਸ ਬ੍ਰੇਲ ਦੀਆਂ ਅੱਖਾਂ ਸੀ ਜਿਹੜੀਆਂ ਉਹ ਸਹੀ ਸੀ। ਉਹਨਾਂ ਦੇ ਪਿਤਾ ਚਮੜੇ ਦਾ ਕੰਮ ਕਰਦੇ ਸੀ ਤੇ ਜਦੋਂ ਉਹਨਾਂ ਦੀ ਉਮਰ 3 ਸਾਲ ਦੀ ਸੀ ਤਾਂ ਉਸ ਸਮੇਂ ਉਹ ਆਪਣੇ ਪਿਤਾ ਦੇ ਕੋਲ ਉਹਨਾਂ ਦੇ ਪਿਤਾ ਕੰਮ ਕਰਦੇ ਸੀ ਤਾਂ ਉਹ ਪਿਤਾ ਦੇ ਕੋਲ ਖੇਡ ਰਹੇ ਸੀ ਤੇ ਜਿਹੜਾ ਚਮੜਾ ਸਿਉਣ ਵਾਲਾ ਸੂਆ ਹੁੰਦਾ ਉਹ ਸੂਆ ਤਿਲਕ ਕੇ ਉਹਨਾਂ ਦੀ ਲੂਇਸ ਬ੍ਰੇਲ ਦੀ ਅੱਖ ਦੇ ਵਿੱਚ ਵੱਜ ਗਿਆ ਸੀ ਤੇ ਉਦੋਂ ਉਹਨਾਂ ਦੀ ਅੱਖ ਦੇ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਗਿਆ ਸੀ। ਹੌਲੀ ਹੌਲੀ ਉਹ ਅੱਖ ਸੀ ਜਿਹੜੀ ਉਹ ਬਿਲਕੁਲ ਦਬ ਗਈ ਸੀ। ਉਹਦੇ ਨਾਲ ਦੂਸਰੀ ਅੱਖ ਨੂੰ ਵੀ ਕੋਈ ਇਨਫੈਕਸ਼ਨ ਹੋ ਗਈ ਸੀ ਤੇ ਜਿਹਦੇ ਕਰਕੇ ਉਹ 6 ਸਾਲ ਦੀ ਉਮਰ ਤੱਕ ਆਪਣੀ ਦੋਨਾਂ ਅੱਖਾਂ ਦੀ ਜਿਹੜੀ ਰੋਸ਼ਨੀ ਹੈ ਉਹ ਗਵਾ ਚੁੱਕੇ ਸੀ। ਉਹਨਾਂ ਨੇ ਆਪਣੀ ਇਹ ਜਿਹੜੀ ਦ੍ਰਿਸ਼ਟੀਹੀਣਤਾ ਦੇ ਬਾਵਜੂਦ ਵੀ ਕਹਿੰਦੇ ਨੇ ਕਿ ਬ੍ਰੇਲ ਐਕੈਡੈਮਿਕ ਆਪਣੇ ਰੂਪ ਦੇ ਵਿੱਚ ਬਹੁਤ ਵਧੀਆ ਉਹਨਾਂ ਦੀ ਪਰਫਾਰਮੈਂਸ ਹੁੰਦੀ ਸੀ। ਅਕਾਦਮਿਕ ਪੱਧਰ 'ਤੇ ਉਹ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੁੰਦੇ ਸੀ ਤੇ ਉਹਨਾਂ ਨੂੰ ਇੱਕ ਉਹਨਾਂ ਦੇ ਨਾਮ ਦੇ ਨਾਲ ਇੱਕ ਰਾਇਲ ਇੰਸਟੀਚਿਊਟ ਫਾਰ ਬਲਾਈਂਡ ਯੂਥ ਹੈ ਜਿਹੜਾ ਉਹ ਵੀ ਕਹਿੰਦੇ ਇੱਕ ਬਣਾਇਆ ਗਿਆ ਸੀ। ਜਦੋਂ ਇਹ ਸੰਸਥਾਨ 'ਤੇ ਅਧਿਐਨ ਕਰ ਰਹੇ ਸੀ ਤਾਂ ਉਸ ਸਮੇਂ ਬ੍ਰੇਲ ਨੇ ਅੰਧੇਪਣ ਤੋਂ ਜਿਹੜੇ ਪੀੜਿਤ ਲੋਕ ਸੀਗੇ ਉਹਨਾਂ ਨੂੰ ਪੜ੍ਹਨ ਤੇ ਲਿਖਣ ਵਿੱਚ ਮਦਦ ਕਰਨ ਦੇ ਲਈ ਇੱਕ ਜਿਹੜਾ ਸਪਰਸ਼ ਕੋਡ ਹੈ ਉਹ ਵਿਕਸਿਤ ਕੀਤਾ ਸੀ, ਜਿਹਦੇ ਤੋਂ ਬਾਅਦ ਕਹਿੰਦੇ ਉਹਨਾਂ ਦੀ ਮੌਤ ਤੋਂ ਬਾਅਦ ਉਹਨੂੰ ਬ੍ਰੇਲ ਲਿਪੀ ਦੇ ਨਾਮ ਦੇ ਨਾਲ ਉਹ ਜਾਣਿਆ ਗਿਆ ਸੀਗਾ, ਜੋ ਉਹਨਾਂ ਨੇ ਹੱਥਾਂ ਦੇ ਨਾਲ ਛੂਹ ਕੇ ਆਪਣੇ ਅੱਖਰ ਸੀ ਜਿਹੜੇ ਉਹਨਾਂ ਦੀ ਪਛਾਣ ਕਰਨ ਦੀ ਜਿਹੜੀ ਉਹਨਾਂ ਨੇ ਲਿਪੀ ਦਾ ਉਹਦਾ ਵਿਕਾਸ ਕੀਤਾ ਸੀ, ਉਹਨੂੰ ਬ੍ਰੇਲ ਲਿਪੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਕਹਿੰਦੇ ਨੇ ਕਿ ਕੈਪਟਨ ਬਾਰਬੀਅਰ ਨਾਲ ਜਿਹੜੀ ਲੂਇਸ ਬ੍ਰੇਲ ਦੀ ਮੁਲਾਕਾਤ ਹੋਈ ਸੀ ਉਸ ਮੁਲਾਕਾਤ ਨੇ ਹੀ ਲੂਇਸ ਬ੍ਰੇਲ ਦੀ ਜਿਹੜੀ ਜ਼ਿੰਦਗੀ ਆ ਉਹ ਬਦਲੀ ਸੀ। ਸਕੂਲ ਦੇ ਦਿਨਾਂ ਦੇ ਦੌਰਾਨ ਕਹਿੰਦੇ ਆ ਕਿ ਲੂਇਸ ਬ੍ਰੇਲ ਦੀ ਮੁਲਾਕਾਤ ਸੈਨਾ ਦੇ ਕੈਪਟਨ ਨਾਲ ਹੋਈ ਸੀ ਜਿਨ੍ਹਾਂ ਦਾ ਨਾਮ ਚਾਰਲਸ ਬਾਰਬੀਅਰ ਸੀ।
ਚਾਰਲਸ ਬਾਰਬੀਅਰ ਨੇ ਸੈਨਾ ਦੇ ਲਈ ਇੱਕ ਵਿਸ਼ੇਸ਼ ਜਿਹੜੀ ਕ੍ਰਿਪਟੋਗ੍ਰਾਫੀ ਲਿਪੀ ਦਾ ਵਿਕਾਸ ਕੀਤਾ ਸੀ, ਜਿਹਦੀ ਮਦਦ ਦੇ ਨਾਲ ਸੈਨਿਕ ਰਾਤ ਨੂੰ ਹਨੇਰੇ ਦੇ ਵਿੱਚ ਵੀ ਜਿਹੜੇ ਕੋਈ ਸੰਦੇਸ਼ ਹੁੰਦੇ ਸੀ ਉਹਨਾਂ ਨੂੰ ਪੜ੍ਹ ਸਕਦੇ ਸੀ। ਬਾਅਦ ਵਿੱਚ ਬ੍ਰੇਲ ਨੇ ਕੈਪਟਨ ਬਾਰਬੀਅਰ ਦੀ ਜਿਹੜੀ ਉਹਨਾਂ ਨੇ ਕ੍ਰਿਪਟੋਗ੍ਰਾਫੀ ਤੋਂ ਪ੍ਰੇਰਿਤ ਹੋ ਕੇ ਇੱਕ ਨਵੀਂ ਵਿਧੀ ਦਾ ਨਿਰਮਾਣ ਕੀਤਾ ਸੀ। ਉਹ ਬ੍ਰੇਲ ਲਿਪੀ ਨੂੰ ਹੀ ਇੱਥੇ ਮੈਂ ਵਿਧੀ ਦਾ ਨਾਮ ਲੈ ਰਹੀ ਹਾਂ। ਉਸ ਸਮੇਂ ਉਹਨਾਂ ਦੀ ਉਮਰ ਸਿਰਫ 16 ਸਾਲ ਦੀ ਸੀ। ਜਿਹੜੀ ਇਹ ਸ਼ੁਰੂਆਤ ਦੇ ਵਿੱਚ ਲਿਪੀ ਬਣਾਈ ਗਈ ਸੀ, ਇਹ 12 ਬਿੰਦੂਆਂ ਤੇ ਆਧਾਰਿਤ ਸੀ ਤੇ 66 ਇਹਦੇ ਵਿੱਚ ਜਿਹੜੀਆਂ ਪੰਕਤੀਆਂ ਰੱਖੀਆਂ ਗਈਆਂ ਸੀ, ਉਹਨਾਂ ਦੇ ਵਿੱਚ ਨਾ ਤਾਂ ਕੋਈ ਵਿਰਾਮ ਸੀ ਜਿਹਨੂੰ ਅਸੀਂ ਕੌਮਾ ਡੰਡੀ ਕਹਿ ਦਿੰਦੇ ਹਾਂ, ਨਾ ਕੋਈ ਸੰਖਿਆ ਸੀ ਤੇ ਨਾ ਹੀ ਕੋਈ ਗਣਿਤਿਕ ਚਿੰਨ੍ਹ ਮੌਜੂਦ ਸੀਗਾ। ਲੂਇਸ ਬ੍ਰੇਲ ਨੇ ਇਹਨੂੰ ਅੱਗੇ ਇਹਦੇ ਵਿੱਚ ਕਹਿੰਦੇ ਬਹੁਤ ਸੁਧਾਰ ਕੀਤਾ। ਇਹਨਾਂ 12 ਬਿੰਦੂਆਂ ਤੋਂ ਅੱਗੇ ਉਹਨਾਂ ਨੇ 6 ਬਿੰਦੂਆਂ ਦਾ ਉਪਯੋਗ ਕੀਤਾ ਤੇ 64 ਅੱਖਰ ਅਤੇ ਚਿੰਨ੍ਹ ਸੀ ਜਿਹੜੇ ਉਹਨਾਂ ਦੀ ਕਾਢ ਕੱਢੀ ਸੀ, ਉਹਨਾਂ ਦਾ ਆਵਿਸ਼ਕਾਰ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਵਿਰਾਮ ਚਿੰਨ੍ਹ, ਸੰਖਿਆ, ਹੋਰ ਵੀ ਮਤਲਬ ਕਹਿੰਦੇ ਲਿਖਣ ਦੇ ਲਈ ਜੋ ਵੀ ਜ਼ਰੂਰੀ ਸੀ ਉਹ ਚਿੰਨ੍ਹ ਜਿਹੜੇ ਉਪਲਬਧ ਕਰਵਾਏ, ਸਮਝਣ ਦੇ ਲਈ ਜਿਹੜੇ ਚਿੰਨ੍ਹ ਜ਼ਰੂਰੀ ਸੀ ਉਹ ਉਪਲਬਧ ਕਰਵਾਏ। ਇਹਨਾਂ ਦੀ ਇਸ ਲਿਪੀ ਨੂੰ ਹੀ ਬ੍ਰੇਲ ਲਿਪੀ ਦਾ ਜਿਹੜਾ ਉਹ ਨਾਮ ਦਿੱਤਾ ਜਾਂਦਾ। ਜਿਹੜੀ ਇਹ 6 ਬਿੰਦੂਆਂ ਵਾਲੀ ਲਿਪੀ ਹੈ, 12 ਬਿੰਦੂਆਂ ਵਾਲੀ ਪਹਿਲਾਂ ਸੀ, ਉਸ ਤੋਂ ਬਾਅਦ ਇਹਨੂੰ ਹੋਰ ਸੁਧਾਰ ਕਰਦੇ ਹੋਏ ਇਹ 6 ਬਿੰਦੂਆਂ ਵਾਲੀ ਕੀਤੀ ਤੇ ਇਸ 6 ਬਿੰਦੂਆਂ ਵਾਲੀ ਲਿਪੀ ਦੇ ਨਾਮ ਨੇ ਹੁਣ ਬ੍ਰੇਲ ਲਿਪੀ ਦਾ ਜਿਹੜਾ ਨਾਮ ਹੈ ਉਹ ਦਿੱਤਾ ਜਾਂਦਾ ਹੈ। ਕਹਿੰਦੇ ਨੇ ਕਿ 1829 ਈਸਵੀ ਦੇ ਵਿੱਚ ਜਿਹੜੀ ਲੂਇਸ ਬ੍ਰੇਲ ਵੱਲੋਂ ਲਿਪੀ ਹੈ ਜਿਹੜੀ ਬਣਾਈ ਗਈ ਸੀ, ਉਹ 1829 ਦੇ ਵਿੱਚ ਜਿਹੜਾ ਉਹਦਾ ਪਹਿਲਾ ਜਿਹੜਾ ਸੰਸਕਰਣ ਸੀ ਉਹ ਪ੍ਰਕਾਸ਼ਿਤ ਹੋਇਆ ਸੀ ਤੇ ਪਰ ਉਹਨਾਂ ਦੀ ਜਿਹੜੀ ਮੌਤ ਹੈ ਉਹਦੇ ਤੋਂ 16 ਸਾਲ ਬਾਅਦ ਇਸ ਲਿਪੀ ਨੂੰ ਹੈ ਜਿਹੜੀ ਉਹ ਮਾਨਤਾ ਮਿਲੀ ਸੀ। 43 ਸਾਲ ਦੀ ਉਮਰ ਦੇ ਵਿੱਚ 6 ਜਨਵਰੀ 1832 ਨੂੰ ਜਿਹੜਾ ਲੂਇਸ ਬ੍ਰੇਲ ਹੈ ਉਹਨਾਂ ਦੀ ਮੌਤ ਹੋ ਗਈ ਸੀ। ਉਹਨਾਂ ਦੀ ਮੌਤ ਦੇ 16 ਸਾਲ ਬਾਅਦ 1868 ਈਸਵੀ ਨੂੰ ਇਸ ਬ੍ਰੇਲ ਲਿਪੀ ਨੂੰ ਪ੍ਰਮਾਣਿਕ ਰੂਪ ਨਾਲ ਜਿਹੜੀ ਇਹ ਮਾਨਤਾ ਮਿਲੀ ਸੀ। ਇਹ ਭਾਸ਼ਾ ਅੱਜ ਦੁਨੀਆ ਭਰ ਦੇ ਵਿੱਚ ਮੰਨੀ ਜਾਂਦੀ ਹੈ। ਇਹਦੀ ਹੈ ਜਿਹੜੀ ਉਹ ਮਾਨਤਾ ਹੈਗੀ ਹੈ। ਭਾਰਤ ਸਰਕਾਰ ਨੇ 4 ਜਨਵਰੀ 2009 ਨੂੰ ਜਦੋਂ ਲੂਈ ਬ੍ਰੇਲ ਦੇ ਜਨਮ ਨੂੰ 200 ਸਾਲ ਪੂਰੇ ਹੋ ਗਏ ਸੀ ਤਾਂ ਉਹਨਾਂ ਦੇ ਸਨਮਾਨ ਦੇ ਵਿੱਚ ਇੱਕ ਡਾਕ ਟਿਕਟ ਹੈ ਉਹ ਵੀ ਜਾਰੀ ਕੀਤੀ ਸੀ। ਸੋ ਇਹ ਆਪਾਂ ਅੰਤ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਜਿਹਨਾਂ ਲੋਕਾਂ ਨੂੰ ਮਤਲਬ ਦੇਖਣ ਦੇ ਵਿੱਚ ਸਮੱਸਿਆ ਹੁੰਦੀ ਹੈ ਜਾਂ ਪੂਰਨ ਤੌਰ 'ਤੇ ਉਹ ਹੁੰਦੇ ਨੇ ਜਾਂ ਅੰਸ਼ਿਕ ਤੌਰ 'ਤੇ ਕੋਈ ਸਮੱਸਿਆ ਹੁੰਦੀ ਹੈ, ਉਹਨਾਂ ਦੇ ਲਈ ਇਹ ਲਿਪੀ ਹੈ ਜਿਹੜੀ ਇਹ ਬਹੁਤ ਲਾਹੇਵੰਦ ਹੈ, ਕਿਉਂਕਿ ਹੱਕ ਸਾਰਿਆਂ ਨੂੰ ਮਿਲਿਆ ਹੋਇਆ ਕਿ ਪੜ੍ਹ ਲਿਖ ਸਕਦੇ ਨੇ। ਤਾਂ ਉਹਨਾਂ ਲੋਕਾਂ ਦੇ ਲਈ ਇਹ ਇੱਕ ਵਰਦਾਨ ਦੇ ਤੌਰ 'ਤੇ ਇਹ ਲਿਪੀ ਹੈ ਜਿਹੜੀ ਲੂਇਸ ਬ੍ਰੇਲ ਵੱਲੋਂ ਜਿਹੜੀ ਬਣਾਈ ਗਈ ਹੈ ਉਹ ਇੱਕ ਵਰਦਾਨ ਆਪਾਂ ਕਹਿ ਸਕਦੇ ਹਾਂ। ਸੋ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਵੀਡੀਓ ਜਿਹੜੀ ਉਹ ਪਸੰਦ ਆਵੇਗੀ, ਇਹ ਵੀਡੀਓ ਲਾਹੇਵੰਦ ਹੋਵੇਗੀ। ਜੇ ਮੇਰੇ ਤੋਂ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮੈਂ ਮਾफ़ੀ ਚਾਹੁੰਦੀ ਹਾਂ ਜੀ। ਧੰਨਵਾਦ ਜੀ।